नमस्कार खबरां देश बुलेटिन च तुहाडा स्वागत। मैं रजनी। पहला पेश ने चोणवीआं खबरां। पश्चिमी बंगाल ਅਤੇ ਅਸਾਮ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਵੋਟਾਂ ਪਾਉਣ ਦਾ ਕੰਮ ਜਾਰੀ। ਕੋਵਿਡ ਮਹਾਮਾਰੀ ਨੂੰ ਧਿਆਨ 'ਚ ਰੱਖਦਿਆਂ ਕੀਤੇ ਗਏ ਨੇ ਕਈ ਵਿਸ਼ੇਸ਼ ਪ੍ਰਬੰਧ। ਪਹਿਲੇ 5 ਘੰਟਿਆਂ ਦੌਰਾਨ 27 ਤੋਂ 30% ਦੇ ਦਰਮਿਆਨ ਵੋਟਾਂ ਭੁਗਤੀਆਂ। ਉੱਘੇ ਫਿਲਮੀ ਅਦਾਕਾਰ ਰਜਨੀਕਾਂਤ ਨੂੰ 51ਵੇਂ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਦਾ ਸਾਹਿਬ ਪੁਰਸਕਾਰ ਦੇ ਲਈ ਚੁਣੇ ਜਾਣ ਲਈ ਰਜਨੀਕਾਂਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਛੋਟੀਆਂ ਬਚਤ ਯੋਜਨਾਵਾਂ ਤੇ ਪੁਰਾਣੀ ਵਿਆਜ ਦਰ ਜਾਰੀ ਰਹੇਗੀ। ਦੇਸ਼ ਭਰ ਵਿੱਚ ਹੁਣ ਤੱਕ 6 ਕਰੋੜ 51 ਲੱਖ 17 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਮੁਕੰਮਲ। ਅੱਜ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਵਿਡ ਰੋਕੂ ਟੀਕਾ ਲਗਾਉਣ ਦਾ ਕੰਮ ਸ਼ੁਰੂ। ਸ਼੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਲਈ ਰਜਿਸਟ੍ਰੇਸ਼ਨ ਦੇਸ਼ ਭਰ ਵਿੱਚ ਨਿਰਧਾਰਿਤ ਬੈਂਕਾਂ ਰਾਹੀਂ ਅੱਜ ਤੋਂ। ਰਾਫੇਲ ਲੜਾਕੂ ਜਹਾਜ਼ਾਂ ਦੀ ਚੌਥੀ ਖੇਪ ਸਿੱਧੇ ਫਰਾਂਸ ਤੋਂ ਭਾਰਤ ਪੁੱਜੀ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੇ ਲਈ VOTING ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। ਬੰਗਾਲ 'ਚ ਸ਼ਾਮ 6:30 ਵਜੇ ਤੱਕ ਅਤੇ ਅਸਾਮ 'ਚ ਸ਼ਾਮੀ 6 ਵਜੇ ਤੱਕ VOTING ਜਾਰੀ ਰਹੇਗੀ। ਇਸ ਗੇੜ ਤਹਿਤ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਦੇ ਨਾਲ-ਨਾਲ ਕਰੜੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਦੇ ਲਈ ਹਰ ਇੱਕ ਪੋਲਿੰਗ ਸਟੇਸ਼ਨ ਤੇ ਇਲੈਕਟ੍ਰੋਨਿਕ VOTING ਮਸ਼ੀਨ ਦੇ ਨਾਲ VVPAT ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੱਛਮੀ ਬੰਗਾਲ 'ਚ ਪਹਿਲੇ 5 ਘੰਟਿਆਂ ਦੌਰਾਨ 1/3 ਵੋਟਾਂ ਭੁਗਤ ਚੁੱਕੀਆਂ ਨੇ। ਬੰਗਾਲ ਦੇ ਲੋਕਾਂ ਵਿੱਚ VOTING ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 11:15 ਵਜੇ ਤੱਕ 29.27% VOTING ਦਰਜ ਕੀਤੀ ਗਈ ਹੈ। ਦੂਜੇ ਪਾਸੇ ਅਸਾਮ 'ਚ ਇਸੇ ਸਮੇਂ ਦੌਰਾਨ 21.71% VOTING ਮੁਕੰਮਲ ਹੋ ਚੁੱਕੀ ਹੈ। ਕੋਵਿਡ-19 ਮਹਾਮਾਰੀ ਦੀਆਂ ਹਿਦਾਇਤਾਂ ਨੂੰ ਧਿਆਨ 'ਚ ਰੱਖਦਿਆਂ ਡਾਕ ਰਾਹੀਂ VOTING ਦੀ ਸਹੂਲਤ ਦੇ ਘੇਰੇ ਨੂੰ ਵਧਾ ਦਿੱਤਾ ਗਿਆ ਹੈ। ਅਜਿਹੇ ਵੋਟਰ ਜਿਹੜੇ ਕੋਵਿਡ-19 ਦੇ ਨਾਲ ਪ੍ਰਭਾਵਿਤ ਨੇ ਜਾਂ ਇਕਾਂਤਵਾਸ 'ਚ ਰਹਿ ਰਹੇ ਨੇ, ਪੁਖਤਾ ਸਬੂਤ ਸਮੇਤ ਆਪਣੇ ਘਰੋਂ ਹੀ ਵੋਟ ਪਾ ਸਕਦੇ ਨੇ। ਅਜਿਹੀ ਸਹੂਲਤ ਦਿਵਿਆਂਗ ਅਤੇ 80 ਸਾਲ ਤੋਂ ਵੱਧ ਦੇ ਲੋਕਾਂ ਲਈ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਸਾਰੇ ਪੋਲਿੰਗ ਸਟੇਸ਼ਨਾਂ ਤੇ ਲੋੜੀਂਦੀਆਂ ਸਹੂਲਤਾਂ ਜਿਨ੍ਹਾਂ 'ਚ ਪੀਣ ਵਾਲਾ ਪਾਣੀ ਦੀ ਸਹੂਲਤ ਵਾਲੇ ਪਖਾਨੇ, ਵੇਟਿੰਗ ਰੂਮ, ਰੋਸ਼ਨੀ ਦਾ ਢੁਕਵਾਂ ਪ੍ਰਬੰਧ ਅਤੇ ਦਿਵਿਆਂਗਾਂ ਦੇ ਲਈ ਢਾਲ ਵਾਲੇ ਰੈਂਪ ਦੀ ਸਹੂਲਤ ਯਕੀਨੀ ਬਣਾਈ ਗਈ ਹੈ। ਪੋਲਿੰਗ ਸਟੇਸ਼ਨਾਂ ਤੇ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਦਾਖਲਾ ਦਰਵਾਜ਼ਿਆਂ ਤੋਂ ਪੋਲਿੰਗ ਸਟੇਸ਼ਨ 'ਚ ਦਾਖਲ ਹੋਣ ਵਾਲੇ ਹਰ ਇੱਕ ਵੋਟਰ ਦੀ ਥਰਮਲ ਜਾਂਚ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲਾ ਦੀਆਂ ਹਿਦਾਇਤਾਂ ਮੁਤਾਬਿਕ ਜੇ ਕਿਸੇ ਵੋਟਰ ਦੇ ਸਰੀਰ ਦਾ ਤਾਪਮਾਨ ਨਿਰਧਾਰਿਤ ਮਿਆਰ ਤੋਂ ਵੱਧ ਆਉਂਦਾ ਹੈ ਤਾਂ ਉਸ ਨੂੰ ਟੋਕਨ ਦੇ ਕੇ ਵਾਪਸ ਭੇਜ ਦਿੱਤਾ ਜਾਵੇਗਾ। ਅਜਿਹਾ ਵੋਟਰ ਆਖਰੀ 1 ਘੰਟੇ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਆਪਣੀ ਵੋਟ ਪਾ ਸਕੇਗਾ। ਇਸ ਵਾਰ ਇੱਕ ਪੋਲਿੰਗ ਸਟੇਸ਼ਨ ਤੇ ਸਿਰਫ 1000 ਵੋਟਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਪਹਿਲਾਂ ਇੱਕ ਪੋਲਿੰਗ ਸਟੇਸ਼ਨ ਤੇ 1500 ਵੋਟਰ VOTING ਕਰਦੇ ਸਨ। 294 ਮੈਂਬਰੀ ਪੱਛਮੀ ਬੰਗਾਲ ਵਿਧਾਨ ਸਭਾ ਲਈ 8 ਗੇੜਾਂ ਤਹਿਤ VOTING ਹੋ ਰਹੀ ਹੈ। ਪਹਿਲੇ ਗੇੜ ਦੀ VOTING 27 ਮਾਰਚ ਨੂੰ ਹੋਈ ਸੀ। ਅੱਜ ਦੂਜੇ ਗੇੜ ਤਹਿਤ 30 ਸੀਟਾਂ ਤੇ ਵੋਟਾਂ ਪਵਾਈਆਂ ਜਾ ਰਹੀਆਂ ਨੇ। ਇਸ ਗੇੜ ਤਹਿਤ ਮੁੱਖ ਮੁਕਾਬਲਾ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਤੇ ਹੋਣ ਦੀ ਸੰਭਾਵਨਾ ਹੈ, ਜਿੱਥੋਂ ਮਮਤਾ ਬੈਨਰਜੀ ਚੋਣ ਮੈਦਾਨ 'ਚ ਨੇ। ਉਸ ਦਾ ਮੁਕਾਬਲਾ ਨੰਦੀਗ੍ਰਾਮ ਦੀ ਮੌਜੂਦਾ ਵਿਧਾਨਕਾਰ ਅਤੇ BJP ਉਮੀਦਵਾਰ ਸ਼ੁਭੇਂਦੂ ਅਧਿਕਾਰੀ ਦੇ ਨਾਲ ਹੈ। 4 ਜ਼ਿਲ੍ਹਿਆਂ 'ਚ ਪੈਂਦੀਆਂ 30 ਸੀਟਾਂ ਦੇ ਲਈ 19 ਔਰਤਾਂ ਸਮੇਤ 171 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਸਾਰੀਆਂ ਸੀਟਾਂ ਤੇ ਇਕੱਲੀਆਂ ਚੋਣ ਲੜ ਰਹੀ ਹੈ, ਜਦਕਿ ਕਾਂਗਰਸ, ਖੱਬੇ ਪੱਖੀ ਪਾਰਟੀਆਂ ਅਤੇ ਕੁਝ ਹੋਰ ਪਾਰਟੀਆਂ ਸਾਂਝੇ ਮੋਰਚੇ ਦੇ ਬੈਨਰ ਹੇਠ ਚੋਣ ਮੈਦਾਨ 'ਚ ਨੇ। ਦੂਜੇ ਪਾਸੇ ਅਸਾਮ ਵਿੱਚ ਵੀ ਦੂਜੇ ਗੇੜ ਤਹਿਤ 39 ਵਿਧਾਨ ਸਭਾ ਸੀਟਾਂ ਦੇ ਲਈ ਵੋਟਾਂ ਪੈਣ ਦਾ ਕੰਮ ਜਾਰੀ ਹੈ। ਇਨ੍ਹਾਂ ਸੀਟਾਂ ਤੇ 26 ਔਰਤਾਂ ਸਮੇਤ 345 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਦੱਖਣੀ ਭਾਰਤ ਸਿਨੇਮਾ ਦੇ ਉੱਘੇ ਅਦਾਕਾਰ ਰਜਨੀਕਾਂਤ ਨੂੰ 51ਵੇਂ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਇਹ ਐਲਾਨ ਕੀਤਾ। ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਸਾਰੇ ਪੁਰਸਕਾਰਾਂ ਦਾ ਐਲਾਨ ਦੇਰੀ ਦੇ ਨਾਲ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਹੀ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ। ਦਾਦਾ ਸਾਹਿਬ ਫਾਲਕੇ ਪੁਰਸਕਾਰ ਨੂੰ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਐਵਾਰਡ ਮੰਨਿਆ ਜਾਂਦਾ ਹੈ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਹਾਨ ਨਾਇਕ ਰਜਨੀਕਾਂਤ ਨੂੰ ਦਿੱਤੇ ਜਾਣ ਤੇ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਰਜਨੀਕਾਂਤ 5 ਦਹਾਕਿਆਂ ਤੋਂ ਸਿਨੇਮਾ ਦੇ ਖੇਤਰ ਵਿੱਚ ਰਾਜ ਕਰ ਰਹੇ ਨੇ। ਉਹਨਾਂ ਦੇ ਨਾਂ ਦਾ ਐਲਾਨ ਨਿਰਧਾਰਤ ਚੋਣ ਕਮੇਟੀ ਵੱਲੋਂ ਕੀਤਾ ਗਿਆ। ਇਸ ਕਮੇਟੀ ਦੇ ਵਿੱਚ ਆਸ਼ਾ ਭੋਂਸਲੇ, ਮੋਹਨ ਲਾਲ, ਵਿਸ਼ਵਜੀਤ ਚੈਟਰਜੀ, ਸ਼ੰਕਰ ਮਹਾਦੇਵਨ ਅਤੇ ਸੁਭਾਸ਼ ਕਈ ਵਰਗੇ ਕਲਾਕਾਰ ਸ਼ਾਮਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਜਨੀਕਾਂਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇ ਲਈ ਚੁਣੇ ਜਾਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। केंद्र सरकार ने स्पष्ट किया है कि छोटियां बचत योजनावां ते पुरानी ब्याज दर जारी रहेगी। केंद्रीय खजाना मंत्री निर्मला सीतारमन ने एक ट्वीट राही दस्सिया है कि गलती दे नाल ब्याज दर घटाउण बारे हुकम जारी हो गए सन। उन्हां स्पष्ट किया है कि छोटियां बचतां दे लई माली साल 2020-21 दी आखिरी तिमाही दौरान लागू ब्याज दरां उसे तरह ही भविख विच भी जारी रहणगीआं। इस संबंधी हुकम छेती ही खजाना मंत्री निर्मला सीतारमन वल्लों जारी कर दित्ते जाणगे। केंद्रीय खजाना मंत्री के इस ऐलान तो बाद हुण सुकन्या समृद्धि योजना ते 7.6% पुरानी दर लागू रहेगी। PPF योजना ते 7.1% ब्याज मिलता रहेगा। सीनियर सिटीजन सेविंग स्कीम ते 7.4% दी दर रहेगी। किसान विकास पत्र ते 6.9% दी दर बनी रहेगी। FD ते भी पुरानी ब्याज दर लागू रहेगी। देश भर में हुण तक 6,51,17,000 तो वध लाभार्थियों का कोविड टीकाकरण किया जा चुका है। कौमी पद्धर से चल रहे कोविड-19 टीकाकरण तहत 75वें दिन लाभार्थियों को टीके लगाए गए। केंद्रीय सेहत मंत्रालय वालों जारी आंकड़ियों मुताबिक अज सवेरे 7 बजे तक 20,63,543 लाभार्थियों का टीकाकरण किया गया है। इन्हां चों 17,94,000 तो वध लाभार्थियों को वैक्सीनेशन की पहली खुराक दी गई, जबकि 2,69,000 तो वध लाभार्थियों को वैक्सीनेशन की दूजी खुराक दी गई। पंजाब विच 8,42,448 लाभार्थियों का टीकाकरण किया गया, जिन्हां चों 7,36,424 लाभार्थियों को पहली और 1,06,024 लाभार्थियों को वैक्सीनेशन की दूजी खुराक मुहैया करवाई गई है। इस दौरान देश के 8 सूबिया महाराष्ट्र, छत्तीसगढ़, कर्नाटक, केरल, तमिलनाडु, गुजरात, पंजाब और मध्य प्रदेश तो देश भर च दर्ज किए जा रहे नवे कोरोना मामलों च वड्डा योगदान पाया जा रहा है। मौजूदा एक्टिव मामलों ते सेहतयाब दे आंकड़ियां विचाले अजे भी वड्डा फर्क बनया होया है। पिछले दिनों दौरान इस महामारी दे नाल मरण वालियां दी गिनती विच भी वाधे दा रुझान वेखण नूं मिल रहा है। देश में कोविड-19 रिकवरी की दर 93.89% दर्ज की जा रही है। कुछ सूबिया अचानक नवे पुष्टि वाले मामलों च दर्ज किए जा रहे वाधे के चलदियां देश के एक्टिव केसां च वाधे का रुझान वेखण नूं मिल रहा है और यह दर हुण 4.78% ते पुज गई है। बीते 24 घंटिया दौरान देश च कोरोना दे नाल 459 मौतां दर्ज कीतियां गईयां ने। देश में इस वेले एक्टिव मामलों की गिनती 5,84,000 तो पार हो गई है। अज तो देश भर च 45 साल तो वध उम्र वर्ग के सारे लोगों को कोविड रोकू टीका लगाने का काम शुरू हो गया है। केंद्रीय सेहत सकत्तर राजेश भूषण ने सारे सूबिया और केंद्र शासित प्रदेशों के नाल कल कोविड-19 टीकाकरण मुहिम और इस दियां तैयारियां बारे समीक्षा की। मीटिंग दौरान घट टीकाकरण वाले खेत्रों की शनाख्त करने बारे भी विचार वटांदरा किया गया। उचेचे तौर पर उन्होंने जिलों में वधेरे ध्यान देने की गल आखी गई, जिन्हां च कोरोना के मामलों च वाधा दर्ज किया जा रहा है। सेहत कामियां ते फ्रंटलाइन वर्करां के टीकाकरण बारे सूबिया नूं हिदायत दी गई है। मीटिंग दौरान यह भी कहा गया है कि हरेक जिले च निजी खेतर के टीकाकरण केंद्रों की भी लगातार समीक्षा की जाए तां जो उन्हां दी टीकाकरण समर्था बारे जानकारी मिल सके। समीक्षा मीटिंग दौरान इस गल की भी चर्चा हुई कि टीके की बर्बादी 1% तो घट रखी जाए और वैक्सीनेशन का भंडारण भी ज्यादा दिन तक ना किया जाए। यह गल जोर दे के आखी गई है कि वैक्सीनेशन की वरतों छेती तो छेती की जाए तां जो म्याद पुगण तो पहला उसनूं वरतों च लिआंदा जा सके। मीटिंग दौरान कोविड टीकाकरण बारे बनाए गए उच्च ताकती ग्रुप के मुखी डॉक्टर RS शर्मा ने कहा है कि वैक्सीनेशन के भंडारण नूं लैके कोई समस्या नहीं है। उन्होंने यह भी स्पष्ट किया है कि दूजी खुराक के लिए वैक्सीनेशन बचा के रखने की लोड़ भी नहीं है। उन्होंने कहा कि सूबा ते केंद्र शासित सूबिया दी सरकारां नूं चाहीदा है कि वो सरकारी और निजी हस्पतालों नूं लोड़ींदी मात्रा च वैक्सीनेशन दी खुराकां दी सप्लाई यकीनी बनाउण। श्री अमरनाथ गुफा की सालाना यात्रा के लिए रजिस्ट्रेशन देश भर के निर्धारित बैंकों दी ब्रांचों में अज तो शुरू हो गई है। रजिस्ट्रेशन के लिए लोड़ींदियां हिदायतां श्री अमरनाथ गुफा बोर्ड की वैबसाइट www.shriamarnathgshrine.com ते उपलब्ध ने। 56 दिन तक चलन वाली यह यात्रा दोवें रस्तियां बालटाल और चंदनवाड़ी तो इक्को वेले 28 जून तो शुरू होगी और रखड़ पुन्निया मौके 22 अगस्त को मुकम्मल होगी। 13 साल तो घट ते 75 साल तो वध उम्र के लोगों ते 6 हफ्ते तो वध दियां गर्भवती औरतां दा इस साल यात्रा के लिए रजिस्ट्रेशन नहीं किया जा रहा है।
ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।